ਸਤਿ ਸ਼੍ਰੀ ਅਕਾਲ ਜੀ। ਵਿਜ਼ਨ ਪੰਜਾਬ ਐਂਟਰਟੇਨਮੈਂਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਮੁਕਤਾ। 12 ਅਗਸਤ ਨੂੰ ਚੌਪਾਲ ਐਪ ਦੇ ਉੱਤੇ ਸ਼ਾਹੀ ਮਾਜਰਾ ਵੈਬ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ। ਸੋ ਉਹਦੀ ਸਟਾਰ ਕਾਸਟ ਸਾਡੇ ਨਾਲ ਮੌਜੂਦ ਹੈ। ਪਹਿਲੇ ਤਾਂ ਸਵਾਗਤ ਕਰਦੇ ਹਾਂ ਇਹਨਾਂ ਦਾ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਤਾਂ ਹਾਲ ਚਾਲ ਥੈਂਕ ਯੂ ਜੀ, ਥੈਂਕ ਯੂ ਮੁਕਤਾ ਜੀ। ਹੁਣ ਮੈਂ ਤੁਹਾਡੇ ਐਕਸਪੀਰੀਅੰਸ ਦੀ ਗੱਲ ਕਰਾਂ ਤਾਂ ਪਹਿਲੇ ਦੱਸੋ ਕਿਵੇਂ ਦਾ ਰਿਹਾ ਓਵਰਆਲ ਐਕਸਪੀਰੀਅੰਸ, ਕਿੱਦਾਂ ਦਾ ਲੱਗਾ ਕੰਮ ਕਰਕੇ, ਕਿੱਦਾਂ ਦੀ ਬਾਉਂਡਿੰਗ ਹੋ ਗਈ ਹੈ ਹੁਣ ਤੁਹਾਡੇ ਵਿੱਚ? ਅਗਰ ਤੁਸੀਂ ਐਕਸਪੀਰੀਅੰਸ ਦੀ ਗੱਲ ਕਰਦੇ ਹੋ, ਆਪਾਂ ਰੇਟਿੰਗ ਵਾਈਜ਼ ਚੱਲਦੇ ਹਾਂ। ਅਗਰ ਆਪਾਂ 5 ਚੋਂ ਰੇਟਿੰਗ ਦਿੰਦੇ ਹਾਂ ਤਾਂ ਮੇਰੀ ਤਾਂ 5 ਹੈ। ਮੈਂ ਇਸ ਸੀਰੀਜ਼ ਦੇ ਵਿੱਚ ਰਿਸ਼ਤੇ ਵੀ ਕਮਾਏ ਨੇ, ਇਹ ਬੈਠੇ ਹੋਏ ਆ। ਸਾਲ ਹੋ ਗਿਆ ਸਾਨੂੰ ਆਪਸ ਦੇ ਵਿੱਚ ਮਿਲਿਆ ਨੂੰ, ਐਂਡ ਸਭ ਤੋਂ ਇੰਪੋਰਟੈਂਟ, ਸਭ ਤੋਂ ਖਾਸ ਮੇਰਾ ਬੌਂਡ ਬਣਿਆ ਅੰਚਲ ਦੇ ਨਾਲ। ਅਸੀਂ ਇੱਕ ਦੂਸਰੇ ਦੇ ਨਾਲ ਇਸ ਤਰ੍ਹਾਂ ਦਾ ਇੱਕ ਰਿਸ਼ਤਾ, ਇਸ ਤਰ੍ਹਾਂ ਦਾ ਕਹਿ ਲਓ ਸਾਡਾ ਬੌਂਡ ਆ। ਕਦੀ ਰਾਤ ਨੂੰ ਵੀ ਕਿਸੇ ਚੀਜ਼ ਦੀ ਸਾਨੂੰ ਦਿੱਕਤ ਹੈ ਤਾਂ ਅਸੀਂ ਫੋਨ ਜਾਂਦਾ, ਜਸਟ ਅੰਚਲ ਮੈਂ ਇੱਥੇ ਆ, ਇਸ ਚੀਜ਼ ਦੀ ਦਿੱਕਤ ਹੋ ਰਹੀ ਹੈ, ਕਿੱਦਾਂ ਕਰਨੀ। ਅਗਰ ਉਹਨੂੰ ਕੋਈ ਦਿੱਕਤ ਹੈ ਤਾਂ ਫੋਨ ਆਏਗਾ, ਦਿਵਜੋਤ ਇਹ ਚੀਜ਼ ਦੀ ਦਿੱਕਤ ਹੋ ਰਹੀ ਹੈ, ਅੱਧੀ ਰਾਤ ਨੂੰ ਆ ਜਾ ਜਿੱਥੇ ਵੀ ਆ, ਐਂਡ ਅਸੀਂ ਔਨ ਦਾ ਸਪੋਟ ਪਹੁੰਚਦੇ ਹਾਂ। ਰੀਸੈਂਟ ਇੱਕ ਮੈਂ ਵਾਈਸਾ ਵਰਸਾ ਦੱਸਦੀ ਹਾਂ ਕਿ ਆਲ ਆਫ ਅ ਸਡਨ ਇੱਕ ਸ਼ੂਟ ਦੇ ਉੱਪਰ ਇੱਕ ਮੇਕਅਪ ਆਰਟਿਸਟ ਦੀ ਗਲਤੀ ਦੇ ਨਾਲ ਮੇਰੀ ਅੱਖਾਂ ਖਰਾਬ ਹੋ ਗਈਆਂ ਕਿ ਮੇਰੀ ਵਿਜ਼ਨ ਚਲੀ ਗਈ ਸੀਗੀ। ਉਸ ਟਾਈਮ ਮੇਰੇ ਕੋਲ ਚੰਡੀਗੜ੍ਹ ਕੋਈ ਨਹੀਂ ਸੀਗਾ। ਮੈਂ ਅੰਚਲ ਨੂੰ ਕਾਲ ਕੀਤੀ, ਮੈਂ ਕਿਹਾ ਅੰਚਲ ਮੈਂ ਫਲੈਟ ਆ, ਮੈਨੂੰ ਬਲਰ ਨਜ਼ਰ ਆ ਰਿਹਾ ਐਂਡ ਥੋੜ੍ਹੀ ਦੇਰ ਤੱਕ ਸ਼ਾਇਦ ਮੈਨੂੰ ਇਹ ਵੀ ਨਾ ਨਜ਼ਰ ਆਵੇ, ਸੋ ਮੈਨੂੰ ਪਲੀਜ਼ ਡਾਕਟਰ 'ਤੇ ਲੈ ਜਾ। ਐਂਡ 1:30 ਵਜੇ ਇਹ ਅੰਚਲ ਆਈ ਸਮਹਾਓ, ਇਹਨੇ ਗੱਡੀ ਅਰੇਂਜ ਕੀਤੀ, ਸਭ ਕੁਝ ਕੀਤਾ। ਅਸੀਂ ਹਸਪੀਟਲ ਗਏ, ਮੈਂ ਡਾਕਟਰ ਦੇ ਕੋਲ ਆਪਣਾ ਟਰੀਟਮੈਂਟ ਕਰਵਾਇਆ, ਸਭ ਕੁਝ। ਮੈਨੂੰ ਲੈ ਕੇ ਜਾਣ ਵਾਲੀ ਅੰਚਲ ਸੀਗੀ ਐਂਡ ਥੋੜ੍ਹੇ ਟਾਈਮ ਪਹਿਲਾਂ ਅੰਚਲ ਜਿਹੜੀ ਸੀਗੀ ਇਹ ਬਿਮਾਰ ਪੈ ਗਈ ਐਂਡ ਇਹ ਹਸਪੀਟਲਾਈਜ਼ਡ ਹੋ ਗਈ। ਐਂਡ ਮੈਂ ਸ਼ੂਟ 'ਤੇ ਸੀਗੀ, ਮੈਨੂੰ ਇਹਦਾ ਕਾਲ ਆਇਆ ਕਿ ਮੈਨੂੰ ਇਹ ਚੀਜ਼ ਹੋ ਗਈ ਹੈ। ਐਂਡ ਮੈਂ ਆਪਣਾ ਸ਼ੂਟ ਛੱਡ ਕੇ ਉਹਨਾਂ ਤੋਂ ਥੋੜ੍ਹੇ ਘੰਟੇ ਦੀ ਬ੍ਰੇਕ ਲੈ ਕੇ ਹਸਪੀਟਲ ਪਹੁੰਚੀ ਕਿ ਤੂੰ ਇਕੱਲੀ ਨਹੀਂ ਆ, ਮੈਂ ਹੈਗੀ ਹਾਂ ਤੇਰੇ ਕੋਲ। ਸੋ ਇਸ ਤਰ੍ਹਾਂ ਦਾ ਬੌਂਡ ਕ੍ਰੀਏਟ ਹੋ ਗਿਆ। ਸੋ ਮੈਂ ਇੱਕ ਬਹੁਤ ਅਨਮੋਲ ਰਿਸ਼ਤੇ ਕਮਾਏ ਨੇ, ਫਰੈਂਡਸ ਵੀ ਨੇ। ਐਂਡ ਅਗਰ ਅਸੀਂ ਬਾਕੀ ਟੀਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਾਲ ਵੀ ਇੱਕ ਇਸ ਤਰ੍ਹਾਂ ਦਾ ਪਰਿਵਾਰ ਵਾਲਾ ਮਾਹੌਲ ਹੈ, ਇਸ ਤਰ੍ਹਾਂ ਦਾ ਰਿਸ਼ਤਾ ਬਣ ਗਿਆ ਹੈ ਕਿ ਅਸੀਂ ਹੁਣ ਮਿਲਦੇ ਹਾਂ ਨਾ ਇੱਕ ਦੂਸਰੇ ਨੂੰ ਤਾਂ ਕਦੀ ਇੰਝ ਨਹੀਂ ਲੱਗਾ ਕਿ ਹਾਂ ਵੀ ਕੋਈ ਸਟ੍ਰੇਂਜਰ ਹੈ, ਜਾਂ ਇੰਝ ਨਹੀਂ ਲੱਗਾ ਕਿ ਕੋਈ ਫੇਕ ਰਿਸ਼ਤਾ ਆ। ਸਭ ਦੇ ਨਾਲ ਬਹੁਤ ਵਧੀਆ ਰਿਸ਼ਤਾ ਬਣਿਆ ਆ। ਵੈਬ ਸੀਰੀਜ਼ ਵਾਸਤੇ ਮੈਂ ਜਿਵੇਂ ਦੱਸਿਆ ਕਿ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਹਾਂ, ਥੀਏਟਰ ਬੈਕਗਰਾਊਂਡ ਤੋਂ ਹਾਂ ਅਤੇ ਮੈਂ ਸਟੱਡੀ ਕਰ ਰਹੀ ਸੀ MA TVN ਫਿਲਮ ਪ੍ਰੋਡਕਸ਼ਨਸ। ਅਤੇ ਪ੍ਰੇਮ ਸਰ ਵੀ ਪੰਜਾਬੀ ਯੂਨੀਵਰਸਿਟੀ ਤੋਂ ਜੁੜੇ ਹੋਏ ਨੇ, ਮੈਂ ਪਲੇਅ ਕਰਦੀ ਹਾਂ ਹੈ ਨਾ। ਅਤੇ ਸਰ ਨੇ ਉੱਥੇ ਹੀ ਦੇਖਿਆ ਹੋਊਗਾ ਅਤੇ ਉੱਥੋਂ ਹੀ ਮੈਂ ਮਿਲੀ ਸੀ ਸਰ ਨੂੰ, ਹੈ ਨਾ। ਮੈਂ ਦੱਸਿਆ ਸਰ ਐਮ ਐਨ ਐਕਟਰ, ਅਤੇ ਸਰ ਨੂੰ ਆਡੀਸ਼ਨਸ ਵਗੈਰਾ ਦਿੱਤੇ ਅਤੇ ਸਰ ਨੇ ਕਿਹਾ ਸੀ ਇੱਕ ਕਰੈਕਟਰ ਹੈਗਾ ਤੇਰੇ ਲਈ, ਅਤੇ ਮੈਨੂੰ ਐਂ ਲੱਗਦਾ ਵੀ ਤੂੰ ਬਹੁਤ ਸੋਹਣਾ ਕਰ ਸਕਦੀ ਹੈ ਵੀ, ਅਤੇ ਐਵੇਂ ਦਾ ਹੀ ਕਰੈਕਟਰ ਹੈ, ਤੇਰੇ ਵਰਗਾ ਜਿਹਾ ਕਰੈਕਟਰ ਹੈ। ਅਤੇ ਇੱਦਾਂ ਸਰ ਨੇ ਮੈਨੂੰ ਕਰੈਕਟਰ ਦਿੱਤਾ ਸੀ। ਮੈਂ ਬਹੁਤ ਖੁਸ਼ ਹੋਈ ਸੀਗੀ ਕਿਉਂਕਿ ਸਰ ਨੇ ਮੈਨੂੰ ਕਿਹਾ ਵੀ ਇੱਕ ਰਲਦਾ ਮਿਲਦਾ ਜਿਹਾ ਕਰੈਕਟਰ ਹੈ ਨਾ, ਅਰਵਿੰਦਰ ਜੀ ਵਰਗਾ ਕਰੈਕਟਰ ਹੈ ਨਾ, ਜਿਵੇਂ ਤੁਸੀਂ ਕਹੋਗੇ। ਮੈਨੂੰ ਬਹੁਤ ਚੰਗਾ ਲੱਗਿਆ ਸੀ ਹੈ ਨਾ ਕਿ ਡਾਇਰੈਕਟਰ ਨੇ ਤੁਹਾਨੂੰ ਦੇਖ ਕੇ, ਸਪੈਸ਼ਲੀ ਤੁਹਾਨੂੰ ਦੇਖ ਕੇ ਉਹਨਾਂ ਨੇ ਕਰੈਕਟਰ ਆਫਰ ਕੀਤਾ ਅਤੇ ਤੁਹਾਨੂੰ ਕਿਹਾ ਵੀ ਤੂੰ ਵਧੀਆ ਕਰ ਸਕਦੀ ਹੈ। ਖੁਸ਼ੀ ਹੁੰਦੀ ਹੈ ਕਿ ਜਦ ਤੁਹਾਨੂੰ ਤੁਹਾਡੇ 'ਤੇ ਕੋਈ ਭਰੋਸਾ ਦਿਖਾਉਂਦਾ, ਤੁਹਾਨੂੰ ਵਧੀਆ ਇਨਕਰੇਜ ਕਰਦਾ। ਸਭ ਤੋਂ ਪਹਿਲਾਂ ਤਾਂ ਥੈਂਕ ਯੂ। ਐਂਡ ਐਕਸਪੀਰੀਅੰਸ ਦੇ ਤੌਰ 'ਤੇ ਜੇ ਮੈਂ ਗੱਲ ਕਰਾਂ ਤਾਂ ਬਹੁਤ ਹੀ ਸੋਹਣਾ ਰਿਹਾ, ਬਿਕੋਜ਼ ਹਰ ਕਿਸੇ ਨੇ ਆਪਣੇ ਬਹੁਤ ਜ਼ਿਆਦਾ ਐਫਰਟਸ ਦਿਖਾਏ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੁਸੀਂ ਵੈਬ ਸੀਰੀਜ਼ ਦੇ ਟ੍ਰੇਲਰ 'ਚ ਦੇਖਿਆ ਹੋਵੇਗਾ ਕਿ ਆਪਾਂ 3 ਫਰੈਂਡਸ ਹਾਂ ਅਗਮ ਦੀਆਂ, ਹੈ ਨਾ। ਮਤਲਬ ਆ ਹੈਗੇ ਨੇ ਬਟ ਆ ਬੈਸਟ ਫਰੈਂਡ ਨੇ, ਐਂਡ ਆਪਾਂ ਦੂਜੇ ਰੂਮ 'ਚ ਰਹਿੰਦੇ ਹਾਂ, ਹੈ ਨਾ, ਵੱਖਰੇ ਹਾਂ, ਥੋੜ੍ਹੇ ਹਟਕੇ ਹਾਂ। ਬਹੁਤ ਬੋਲਡਨੈਸ ਹੈਗੀ ਹੈ ਸਾਡੇ ਵਿੱਚ, ਸਿਗਰਟ ਪੀਂਦੇ ਹਾਂ, ਸਮੋਕ ਡਰੱਗਸ ਕਰਦੇ ਹਾਂ, ਬਟ ਅਸਲ ਲਾਈਫ 'ਚ ਆਪਾਂ ਉਹਦੇ ਨਾਲ ਕੰਸਰਨ ਵੀ ਬਹੁਤ ਹਾਂ ਉਹ ਕਰੈਕਟਰ ਦੇ ਨਾਲ। ਸਟਾਰਟਿੰਗ 'ਚ ਆਪਾਂ ਹੈਗੇ ਆ ਇਹੋ ਜਿਹੇ, ਥੋੜ੍ਹਾ ਰਿਚਨੈਸ ਹੋ ਗਿਆ, ਬਟ ਐਂਡ 'ਚ ਆ ਕੇ ਤੁਸੀਂ ਜਦੋਂ 12 ਅਗਸਤ ਨੂੰ ਦੇਖੋਗੇ ਆਪਾਂ ਉੱਦਾਂ ਤੇ ਹੈਗੇ ਹਾਂ ਬਟ ਡਿਫਰੈਂਟ ਹਾਂ। ਸੋ ਬਹੁਤ ਸੋਹਣਾ ਐਕਸਪੀਰੀਅੰਸ ਰਿਹਾ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਐਕਚੁਅਲੀ ਓਨੈਸਟਲੀ ਸਪੀਕਿੰਗ ਤਾਂ ਮੈਂ ਆਪਣੀ ਲਾਈਫ 'ਚ ਕੁਛ ਇੱਦਾਂ ਦਾ ਦੇਖਿਆ ਨਹੀਂ ਕਿ ਇੱਦਾਂ ਦਾ ਕੁਛ ਇਨਸੀਡੈਂਸ ਹੋਇਆ, ਬਟ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਚੀਜ਼ਾਂ ਹੁੰਦੀਆਂ ਨੇ, ਬਟ ਉਹ ਚੀਜ਼ਾਂ ਸਾਡੇ ਸਾਹਮਣੇ ਨਹੀਂ ਆਉਂਦੀਆਂ ਨੇ। ਇਹ ਚੀਜ਼ਾਂ ਕੁੜੀਆਂ ਨਾਲ ਹੁੰਦੀਆਂ ਨੇ, ਹਰ ਥਾਂ 'ਤੇ ਹੁੰਦਾ ਆ। ਉਹੀ ਚੀਜ਼ ਸਾਡੀ ਸੀਰੀਜ਼ 'ਚ ਦਿਖਾਈ ਗਈ ਹੈ, ਬਟ ਕਿਤੇ ਨਾ ਕਿਤੇ ਬੋਲਿਆ ਜਾ ਰਿਹਾ ਕਿ ਤੁਸੀਂ ਨਸ਼ਿਆਂ ਨੂੰ ਪ੍ਰਮੋਟ ਕਰ ਰਹੇ ਹੋ। ਉਹ ਚੀਜ਼ ਨਹੀਂ ਆ। ਉਹ ਐਕਚੁਅਲ 'ਚ ਉਹ ਦਿਖਾਇਆ ਗਿਆ ਕਿ ਕੁੜੀ ਕਿਸ ਕਿਸ ਫੇਸ 'ਤੇ ਨਿਕਲ ਕੇ ਕਿੱਦਾਂ ਅਤੇ ਕੀ ਬਣ ਜਾਂਦੀ ਹੈ।
ਇਹਦੇ ਵਿੱਚ ਆਪਾਂ ਨਸ਼ਿਆਂ ਨੂੰ ਪ੍ਰਮੋਟ ਨਹੀਂ ਕਰ ਰਹੇ, ਗੱਲ ਇਹ ਹੈਗੀ ਹੈ ਕਿ ਇੱਥੇ ਇੱਕ ਲਾਈਫ ਦਿਖਾਈ ਜਾ ਰਹੀ ਹੈ ਕਿਸੇ ਦੀ, ਤੇ ਕਿਹਦੇ ਨਾਲ ਕੀ ਹੋ ਰਿਹਾ ਹੈ ਤੇ ਕਿਵੇਂ ਕਿਵੇਂ ਉਹ ਚੀਜ਼ਾਂ ਚੱਲ ਰਹੀਆਂ ਹੈਗੀਆਂ ਨੇ। ਤੇ ਮੈਨੂੰ ਇਸ ਪ੍ਰੋਜੈਕਟ 'ਚ ਕੰਮ ਕਰਕੇ ਬਹੁਤ ਮਜ਼ਾ ਆਇਆ। ਮੈਂ ਤਾਂ ਥੈਂਕਸ ਕਰਦੀ ਹਾਂ ਪ੍ਰੇਮ ਸਰ ਦਾ ਜਿਨ੍ਹਾਂ ਨੇ ਮੈਨੂੰ ਕਾਸਟ ਕੀਤਾ ਆ, ਬਟ ਕਿਤੇ ਨਾ ਕਿਤੇ ਕਰੈਕਟਰ ਮੇਰੇ ਨਾਲ ਹੀ ਰਿਲੇਟ ਕਰਦਾ ਐਜ਼ ਅ ਨੇਚਰ ਵਾਈਜ਼ ਕਿਉਂਕਿ ਮੈਂ ਰੀਅਲ ਲਾਈਫ 'ਚ ਇਦਾਂ ਦੀ ਹੀ ਪਰਸਨ ਹੈਗੀ ਹਾਂ। ਅਸੀਂ ਇਸ ਟ੍ਰੇਲਰ ਦੇ ਵਿੱਚ ਤਾਂ ਹੁਣ ਤੱਕ ਜੋ ਆਬਜ਼ਰਵ ਕੀਤਾ ਇਹ ਚੀਜ਼ ਹੈਗੀ ਆ ਕਿ ਜਦੋਂ ਕੁੜੀਆਂ ਆਪਣਾ ਫੈਮਿਲੀ ਨੂੰ ਛੱਡ ਕੇ ਬਾਹਰ ਆਉਂਦੀਆਂ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ, ਬਹੁਤ ਸਾਰੇ ਇਦਾਂ ਦੇ ਉਹਨਾਂ ਨੂੰ ਕੈਰੈਕਟਰ ਮਿਲ ਜਾਂਦੇ ਨੇ ਉਹਨਾਂ ਦੀ ਲਾਈਫ ਦੇ ਵਿੱਚ ਜੋ ਉਹਨਾਂ ਦੀ ਲਾਈਫ ਨੂੰ ਬਿਲਕੁਲ ਹੀ ਚੇਂਜ ਕਰ ਦਿੰਦੇ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਡਰੱਗਸ ਵਗੈਰਾ ਜਿਹੜੇ ਮੈਟਰ ਹੁੰਦੇ ਸੀ ਪਹਿਲੇ ਮੁੰਡਿਆਂ ਦੇ ਉੱਤੇ ਜ਼ਿਆਦਾ ਢੁੱਕਦੇ ਹੁੰਦੇ ਸੀ, ਉਹਨਾਂ ਨੂੰ ਜ਼ਿਆਦਾ ਦਿਖਾਇਆ ਜਾਂਦਾ ਸੀ, ਇਹਨਾਂ ਦੇ ਵਿੱਚ ਇਨਵੋਲਵ ਹੁੰਦੇ, ਪਰ ਹੁਣ ਕੁੜੀਆਂ ਦੇ ਉੱਤੇ ਜਿਹੜਾ ਇਹ ਟੌਪਿਕ ਛੇੜਿਆ ਗਿਆ ਇਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਸੀ ਰਿਐਲਿਟੀ ਦੀ ਗੱਲ ਹੋ ਰਹੀ ਹੈ ਇੱਥੇ, ਰਾਈਟ? ਐਂਡ ਜਿੱਥੇ ਮੁੰਡੇ ਗਲਤ ਨੇ ਉੱਥੇ ਮੈਂ ਮੰਨਦੀ ਹਾਂ ਕਿ ਕੁੜੀਆਂ ਵੀ ਉਨੀਆਂ ਗਲਤ ਹੁੰਦੀਆਂ ਨੇ। ਜੇ ਅਸੀਂ ਲਗਾ ਕੇ ਚੱਲੀਏ ਕਿ 100 ਚੋਂ 50% ਮੁੰਡੇ ਗਲਤ ਨੇ ਤਾਂ 50 ਕੁੜੀਆਂ ਵੀ ਹੋਣਗੀਆਂ। ਐਂਡ ਹਰ ਜਗ੍ਹਾ ਤੇ ਤਾਲੀ ਦੋ ਹੱਥ ਨਾਲ ਵੱਜਦੀ ਆ। ਕਈ ਵਾਰੀ ਬੰਦਾ ਆਪਣੀ ਖੁਸ਼ੀ ਦੇ ਨਾਲ ਉਸ ਰਾਹ 'ਤੇ ਤੁਰਦਾ ਆ, ਕਈ ਵਾਰੀ ਉਹਨੂੰ ਜ਼ਿੰਦਗੀ 'ਚ ਕੁਝ ਮਜਬੂਰੀਆਂ ਉਸ ਰਾਹ 'ਤੇ ਲੈ ਕੇ ਜਾਂਦੀਆਂ ਨੇ। ਅਗਰ ਗੱਲ ਕਰੀਏ ਕੁੜੀਆਂ ਮੁੰਡਿਆਂ ਦੀ ਤਾਂ ਮੈਂ ਦੋਵਾਂ ਨੂੰ ਅਲੱਗ ਨਹੀਂ ਸਮਝਦੀ। ਅੱਜ ਦੀ ਤਰੀਕ 'ਚ ਕੁੜੀ ਵੀ ਮੁੰਡੇ ਨਾਲ ਮੋਢਾ ਲਾ ਕੇ ਚੱਲਦੀ ਪਈ ਹੈ। ਐਂਡ ਕਿਤੇ ਨਾ ਕਿਤੇ ਅਗਰ ਅਸੀਂ ਸਕਸੈਸ ਰੇਟ ਦੀ ਵੀ ਗੱਲ ਕਰੀਏ ਤਾਂ ਲੜਕੀਆਂ ਵੀ ਬਹੁਤ ਅੱਗੇ ਨੇ, ਮੁੰਡੇ ਹੀ ਸਿਰਫ ਅੱਗੇ ਨਹੀਂ ਹੈ। ਅਗਰ ਆਪਾਂ ਡਰੱਗਸ ਦੀ ਗੱਲ ਕਰੀਏ ਤਾਂ ਉਹਦੇ 'ਚ ਵੀ ਮੈਂ ਰੇਸ਼ੋ ਇਕੁਅਲ ਹੀ ਮੰਨਦੀ ਹਾਂ। ਮੈਂ ਆ ਨਹੀਂ ਕਹੂੰਗੀ ਕਿ ਮੁੰਡੇ ਜ਼ਿਆਦਾ ਵਿਗੜੇ ਨੇ। ਹਾਂ, ਗੱਲ ਸਿਰਫ ਇਹ ਹੈ ਕਿ ਲੜਕੀਆਂ ਦੀ ਰੇਸ਼ੋ ਇਸ ਚੀਜ਼ ਦੇ ਵਿੱਚ ਹੁਣ ਥੋੜੀ ਅੱਗੇ ਆ ਰਹੀ ਹੈ, ਵੱਧ ਰਹੀ ਹੈ। ਬਟ ਗੱਲ ਉੱਥੇ ਆ ਕੇ ਟੁੱਕਦੀ ਹੈ ਨਾ ਕਿ ਕੁਝ ਮਰਜ਼ੀ ਦੇ ਨਾਲ ਜਾਂਦੇ ਨੇ, ਕੁਝ ਮਜਬੂਰੀਆਂ ਕਰਕੇ ਜਾਂਦੇ ਨੇ, ਐਂਡ ਕੁਝ ਸਿਰਫ ਤੇ ਸਿਰਫ ਟੌਰ ਸ਼ਕੀਨੀ ਕਰਕੇ ਜਾਂਦੇ ਨੇ, ਜੋ ਮੋਸਟਲੀ ਹੋ ਵੀ ਰਿਹਾ ਹੈ। ਫਿਰ ਚਾਹੇ ਉਹ ਲੜਕੇ ਹੋਣ ਚਾਹੇ ਲੜਕੀਆਂ ਹੋਣ, ਅਸੀਂ ਆਮ ਤੌਰ ਤੇ ਦੇਖ ਲਈਏ ਕਿ ਚਾਹੇ ਫਿਰ ਉਹ ਸੜਕ 'ਤੇ ਹੋਣ ਜਾਂ ਚਾਹੇ ਕਿਤੇ ਪਬ ਜਾਂ ਕਲੱਬ, ਕਿਤੇ ਵੀ ਇੱਦਾਂ ਦੀ ਜਗ੍ਹਾ 'ਤੇ ਉਹਨਾਂ ਦੇ ਲਈ ਇਹ ਇੱਕ ਸ਼ੋਸ਼ਾ ਆ, ਇੱਕ ਆਪਣੇ ਆਪ ਦੇ ਵਿੱਚ ਸਟੈਂਡਰਡ ਨੂੰ ਉੱਪਰ ਲੈ ਕੇ ਜਾਣ ਦਾ ਤਰੀਕਾ ਹੈ ਕਿ ਅਸੀਂ ਹੁੱਕਾ ਪੀ ਰਹੇ ਹਾਂ, ਅਸੀਂ ਸਮੋਕ ਕਰ ਰਹੇ ਹਾਂ। ਬਟ ਮੇਰੇ ਖਿਆਲ ਨਾਲ ਤੁਹਾਡਾ ਸਟੈਂਡਰਡ ਤੁਹਾਡੀਆਂ ਇਹਨਾਂ ਚੀਜ਼ਾਂ ਤੋਂ ਨਹੀਂ, ਬਲਕਿ ਤੁਸੀਂ ਅੰਦਰੋਂ ਕਿਵੇਂ ਹੋ, ਤੁਹਾਡਾ ਰੁਤਬਾ ਕਿੰਨਾ ਉੱਚਾ ਆ, ਉਹ ਤੁਹਾਡੇ ਕਿਰਦਾਰ ਤੋਂ ਪਤਾ ਲੱਗਦਾ ਹੈ, ਤੁਹਾਡੇ ਦਿਖਾਵੇ ਤੋਂ ਨਹੀਂ। ਤੇ ਕਿਤੇ ਨਾ ਕਿਤੇ ਆਪਾਂ ਗੱਲ ਕਰੀਏ ਜੇਕਰ ਪੰਜਾਬੀ ਇੰਡਸਟਰੀ ਦੇ ਵਿੱਚ ਇਦਾਂ ਦਾ ਕਨਸੈਪਟ, ਇਦਾਂ ਦਾ ਕੰਟੈਂਟ ਕਦੇ ਆਇਆ ਹੀ ਨਹੀਂ ਸੀਗਾ, ਤੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਆਫ ਕੋਰਸ ਸਾਨੂੰ ਪਸੰਦ ਆਇਆ ਸੀ, ਜਦ ਸਾਨੂੰ ਕਰੈਕਟਰਸ ਦੱਸੇ ਗਏ ਸੀ, ਸਾਨੂੰ ਵਧੀਆ ਲੱਗਿਆ ਸੀ, ਤਾਂ ਅਸੀਂ ਪਾਰਟ ਬਣੇ ਆ। ਤੇ ਇਹਦੀ ਕਾਮਯਾਬੀ ਇੱਥੋਂ ਹੀ ਪਤਾ ਲੱਗਦੀ ਹੈ ਵੀ ਜਦ ਤੁਹਾਨੂੰ ਪਸੰਦ ਆ ਰਿਹਾ ਉਹ ਨਾ, ਬਾਕੀ ਜਿੰਨੀਆਂ ਵੀ ਕੁੜੀਆਂ ਇੱਥੇ ਸੀਗੀਆਂ ਉਹ ਸਾਰੀ ਅਪਰੀਸ਼ੀਏਟ ਕਰ ਰਹੇ ਨੇ ਕਿ ਹਾਂ ਦਿਸ ਇਜ਼ ਦ ਰਿਐਲਿਟੀ ਆਫ ਦ ਸੋਸਾਇਟੀ, ਇਹ ਵੀ ਸਾਹਮਣੇ ਆਉਣੀ ਚਾਹੀਦੀ ਆ ਤੇ ਹੁਣ ਆ ਰਹੀ ਆ, ਤੇ ਇਹ ਬਹੁਤ ਸੋਹਣੀ ਗੱਲ ਆ। ਤੇ ਨੈਗੇਟਿਵ ਪੋਜ਼ਿਟਿਵ ਲੈਣਾ ਮੈਂ ਸਮਝਦੀ ਹਾਂ ਕਿ ਬੰਦੇ ਦੇ ਆਪ ਦੇ ਥਾਟ ਪ੍ਰੋਸੈਸ 'ਤੇ ਹੁੰਦਾ ਕਿ ਜਿਸ ਬੰਦੇ ਦਾ ਥਾਟ ਪ੍ਰੋਸੈਸ ਨੈਗੇਟਿਵ ਹੈ ਉਹਨੇ ਨੈਗੇਟਿਵ ਲੈਣਾ, ਜਿਸ ਬੰਦੇ ਦਾ ਥਾਟ ਪ੍ਰੋਸੈਸ ਪੋਜ਼ਿਟਿਵ ਹੈ ਉਹ ਹਰ ਇੱਕ ਚੀਜ਼ ਉਹ ਨੈਗੇਟਿਵ 'ਚੋਂ ਵੀ ਪੋਜ਼ਿਟਿਵ ਹੀ ਲਊਗਾ। ਸੋ ਇਹ ਤਾਂ ਵੈਸੇ ਹੀ ਬਹੁਤ ਬਾਕਮਾਲ ਸੀਰੀਜ਼ ਬਣੀ ਆ। ਬੇਸ਼ੱਕ ਤੁਸੀਂ ਟੈਕਨੀਕਲੀ ਦੇਖ ਲਓ ਜਾਂ ਫਿਰ ਐਕਟਿੰਗ ਵਾਈਜ਼ ਦੇਖ ਲਓ ਜਾਂ ਕਿਸੇ ਸਕ੍ਰਿਪਟ ਵਾਈਜ਼, ਮੈਂ ਕਹੂੰਗੀ ਪ੍ਰੇਮ ਸਰ ਨੇ ਬਹੁਤ ਮਿਹਨਤ ਕੀਤੀ ਆ। ਅਸੀਂ ਦੇਖਿਆ ਉਹਨਾਂ ਨੂੰ, ਮਤਲਬ ਸੋਚਦੇ ਰਹਿੰਦੇ ਹੁੰਦੇ ਸੀ ਉਹ ਹਰ ਇੱਕ ਚੀਜ਼। ਦਿਸ ਇਜ਼ ਦ ਰਿਐਲਿਟੀ। ਔਰ ਇਹਨੂੰ ਬਣਾਇਆ ਗਿਆ ਨਹੀਂ ਇੱਦਾਂ ਦੇ ਨਹੀਂ, ਅਲੱਗ-ਅਲੱਗ ਆਪਾਂ ਐਕਸਪੈਰੀਮੈਂਟ ਕਰ ਸਕਦੇ ਹਾਂ। ਆਪਣੀ ਸੁਸਾਇਟੀ ਦੀ ਹੋਰ ਵੀ ਪ੍ਰੋਬਲਮਸ ਹੈਗੀਆਂ ਨੇ, ਉਵੇਂ ਦੀ ਉਹਨਾਂ ਪ੍ਰੋਬਲਮਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਗਰ ਪ੍ਰੋਜੈਕਟਸ ਨਵੇਂ ਤਰੀਕੇ ਦੇ ਆਉਂਦੇ ਨੇ ਤਾਂ ਉਹ ਆਫਕੋਰਸ ਦੀ ਗੱਲ ਹੈ, ਸਾਨੂੰ ਵਧੀਆ ਕਰਨਾ ਚਾਹੀਦਾ ਇਨੀਸ਼ੀਏਟ। ਕਿਤੇ ਨਾ ਕਿਤੇ ਸਾਡੀ ਇੰਡਸਟਰੀ ਦੇ ਵਿੱਚ ਪਤਾ ਕੀ ਚੱਲ ਰਿਹਾ, ਮੈਂ ਮਾੜਾ ਨਹੀਂ ਕਹੂੰਗੀ ਉਸ ਚੀਜ਼ ਨੂੰ, ਪਹਿਲੀ ਕਹਿੰਦੀ ਹਾਂ ਕਿ ਅਸੀਂ ਕਾਮੇਡੀ ਕੰਟੈਂਟ ਬਸ ਇਹੀ ਕਰਦੇ ਹਾਂ ਕਿ ਲੋਕਾਂ ਨੂੰ ਇਹ ਪਸੰਦ ਆ। ਬਟ ਦ ਥਿੰਗ ਇਜ਼ ਕਿ ਬੀਇੰਗ ਅ ਗਰਲ ਜਾਂ ਬੀਇੰਗ ਅ ਯੂਥ, ਮੈਂ ਵੇਰੀਏਸ਼ਨਸ ਦੇਖਣਾ ਚਾਹੁੰਦੀ ਹਾਂ। ਅਸੀਂ ਕਿਉਂ ਭੱਜਦੇ ਹਾਂ ਕਿ ਅਸੀਂ ਬਾਲੀਵੁੱਡ ਦੀਆਂ ਸੀਰੀਜ਼ ਦੇਖ ਲਈਏ, ਅਸੀਂ ਹਾਲੀਵੁੱਡ ਦਾ ਦੇਖ ਲਈਏ, ਅਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਇੱਦਾਂ ਦੀਆਂ ਸੀਰੀਜ਼ ਆਉਣ। ਐਂਡ ਅਗਰ ਹੁਣ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਇਹ ਚੇਂਜਿੰਗ ਪੁਆਇੰਟ ਵੀ ਹੋਊਗਾ ਪੰਜਾਬੀ ਇੰਡਸਟਰੀ ਦੇ ਲਈ, ਇਸ ਤਰ੍ਹਾਂ ਦੀ ਸੀਰੀਜ਼ ਦੇ ਨਾਲ ਕਿ ਹਾਂ ਪੰਜਾਬੀ ਇੰਡਸਟਰੀ ਵੀ ਇੰਨੀ ਅਮੀਰ ਹੋ ਰਹੀ ਆ ਕਿ ਉਹ ਵੱਖ-ਵੱਖ ਥਾਵਾਂ ਦੇ ਜਿਹੜੇ ਕੰਟੈਂਟ ਨੇ ਉਹਨਾਂ ਨੂੰ ਇਕੱਠਿਆ ਕਰਕੇ ਇੱਕ ਥਾਂ 'ਤੇ ਪੇਸ਼ ਕਰ ਰਿਹਾ। ਐਂਡ ਚੌਪਾਲ ਐਪਲੀਕੇਸ਼ਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਹੈ ਜਿਹਦੇ ਉੱਪਰ ਇੰਨੇ ਵਧੀਆ ਕੰਟੈਂਟ ਜਿਹੜੇ ਨੇ ਰਿਲੀਜ਼ ਹੋ ਰਹੇ ਨੇ।
ਤੇ ਜੇ ਮੈਂ ਤੁਹਾਡੇ ਤੋਂ ਪੁੱਛਾਂ ਜਦੋਂ ਫੈਮਿਲੀ ਨੂੰ ਪਤਾ ਲੱਗਿਆ ਸੀ ਇਸ ਤਰ੍ਹਾਂ ਦਾ ਕੈਰੈਕਟਰ ਤੁਸੀਂ ਇਹਦੇ 'ਚ ਪਲੇ ਕਰ ਰਹੇ ਹੋ ਕਿ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਕਿ ਇਦਾਂ ਦੀ ਸੋਸਾਇਟੀ ਨਾ ਅਸੈਪਟ ਨਹੀਂ ਕਰਦੇ ਹੁੰਦੇ ਇਦਾਂ ਦੀਆਂ ਚੀਜ਼ਾਂ ਨੂੰ, ਸੋ ਕੀ ਰਿਐਕਸ਼ਨ ਸੀਗਾ ਫੈਮਿਲੀ ਦਾ ਤੇ ਰਿਲੇਟਿਵਸ ਦਾ? ਜੇ ਮੈਂ ਗੱਲ ਕਰਾਂ ਫੈਮਿਲੀ ਦੀ, ਦੇਖੋ ਜਿਹੜਾ ਮੈਂ ਕਰੈਕਟਰ ਪਲੇ ਕੀਤਾ ਨਾ ਉਹ ਬਹੁਤ ਹੀ ਚੈਲੰਜਿੰਗ ਹੈਗਾ ਔਰ ਆ ਨਹੀਂ ਹੈ ਕਿ ਅੱਜ ਦੇ ਟਾਈਮ ਤੇ ਕੁੜੀਆਂ ਕਰਦੀਆਂ ਨਹੀਂ ਹੈ, ਡਰੱਗਸ ਨਹੀਂ ਲੈਂਦੀਆਂ, ਸਮੋਕ ਨਹੀਂ ਲੈਂਦੀਆਂ, ਬਹੁਤ ਕਰਦੇ ਨੇ, ਮੁੰਡੇ ਵੀ ਬਹੁਤ ਕਰਦੇ ਨੇ, ਬਟ ਗੱਲ ਤੇ ਉਹੀ ਹੈ ਨਾ ਜਦੋਂ ਕੋਈ ਆਪਾਂ ਚੀਜ਼ ਨੂੰ ਮਤਲਬ OTT ਜਾਂ ਸਿਨੇਮਾ ਲੈਵਲ ਤੇ ਦਰਸਾਉਂਦੇ ਆ, ਗੱਲ ਤਾਂ ਸਾਰੀ ਅਸੈਪਟੈਂਸ ਦੀ ਹੈ, ਕਈ ਅਸੈਪਟ ਨਹੀਂ ਕਰਦੇ, ਕਈ ਕਰ ਲੈਂਦੇ ਨੇ। ਸੋ ਉਹਨਾਂ ਨੂੰ ਬਹੁਤ ਵਧੀਆ ਲੱਗਾ ਕਿ ਜੇ ਇਹ ਚੈਲੰਜਿੰਗ ਕਰੈਕਟਰ ਹੈਗਾ ਕਰਨਾ ਚਾਹੀਦਾ ਹੈ। ਕਦੋਂ ਤੱਕ ਤੁਸੀਂ ਮਤਲਬ ਇੱਕ ਹੀ ਵੇਰੀਏਸ਼ਨ ਤੇ ਕਰੈਕਟਰ ਪਲੇ ਕਰੋਗੇ, ਹੈ ਨਾ, ਯੂ ਹੈਵ ਟੂ ਮਤਲਬ ਤੁਹਾਨੂੰ ਬਹੁਤ ਤਰ੍ਹਾਂ ਦੇ ਲੈਵਲਸ ਵੇਰੀਏਸ਼ਨਸ ਦੇ ਨਾਲ ਕਰੈਕਟਰ ਪਲੇ ਕਰਨਾ ਚਾਹੀਦਾ ਹੈ। ਸੋ ਮੈਨੂੰ ਲੱਗਾ ਕਿ ਉਹਨਾਂ ਨੂੰ ਅੱਛਾ ਲੱਗਾ ਟ੍ਰੇਲਰ ਦੇਖ ਕੇ ਜੀ। ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਿ ਰਿਲੇਟਿਵਸ ਦਾ ਕੀ ਰਿਐਕਸ਼ਨ ਸੀਗਾ, ਫੈਮਿਲੀ ਦਾ ਕੀ ਰਿਐਕਸ਼ਨ ਸੀਗਾ ਇਸ ਕਰੈਕਟਰ ਨੂੰ ਲੈ ਕੇ? ਐਕਚੁਅਲੀ ਮੈਂ ਤੁਹਾਨੂੰ ਦੱਸਾਂ ਮੇਰੇ ਮੰਮਾ ਨੂੰ ਪਤਾ ਹੀ ਨਹੀਂ ਆ। ਐਕਚੁਅਲੀ ਮੇਰੇ ਮੰਮਾ ਨਾ ਥੋੜੇ ਉਹਨਾਂ ਨੂੰ ਪਤਾ ਨਹੀਂ ਹੈਗਾ ਇਹਨਾਂ OTT ਦਾ, ਬਟ ਮੈਂ ਆਪਣੇ ਬ੍ਰਦਰ ਨੂੰ ਦੱਸਿਆ ਸੀਗਾ ਤੇ ਮੇਰੇ ਬ੍ਰਦਰ ਬਹੁਤ ਜ਼ਿਆਦਾ ਖੁਸ਼ ਹੋਏ ਕਿਉਂਕਿ ਉਹ ਛੋਟੀ ਸੋਚ ਨਹੀਂ ਰੱਖਦੇ ਐਕਚੁਅਲੀ ਨਾ, ਕਿਉਂਕਿ ਉਹ ਇੱਦਾਂ ਦੀਆਂ ਵੈਬ ਸੀਰੀਜ਼ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਤਾਂ ਕਿਤੇ ਨਾ ਕਿਤੇ ਮੈਂ ਆਪਣੀ ਮੰਮਾ ਨੂੰ ਵੀ ਇਹੀ ਚੀਜ਼ ਕਹੀ ਸੀਗੀ ਕਿ ਅਗਰ ਤੁਸੀਂ ਟੀਵੀ ਤੇ ਹੋਰਾਂ ਨੂੰ ਦੇਖ ਕੇ ਇੰਨਾ ਜ਼ਿਆਦਾ ਖੁਸ਼ ਹੁੰਦੇ ਨੇ ਕਿ ਇਹਨੇ ਕਿੰਨਾ ਵਧੀਆ ਪਰਫਾਰਮ ਕੀਤਾ, ਉਹੀ ਅਗਰ ਤੁਹਾਡਾ ਬੱਚਾ ਕਰ ਰਿਹਾ ਤਾਂ ਤੁਹਾਨੂੰ ਬੁਰਾ ਨਹੀਂ ਮੰਨਣਾ ਚਾਹੀਦਾ, ਕਿਉਂਕਿ ਸਾਡੇ ਲਈ ਇੱਕ ਕਰੈਕਟਰ ਹੈ, ਅਸੀਂ ਰੋਲ ਪਲੇ ਕੀਤਾ ਹੈ ਇਹਦੇ ਵਿੱਚ। ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਚੀਜ਼ ਮਾਈਂਡ ਕਰਨ ਵਾਲੀ ਹੈ, ਕਿਉਂਕਿ ਅਸੀਂ ਹੋਰਾਂ ਦੇ ਬੱਚਿਆਂ ਨੂੰ ਦੇਖ ਦੇਖ ਕੇ ਬੜੇ ਖੁਸ਼ ਹੁੰਦੇ ਆ, ਤਾਂ ਤੁਹਾਨੂੰ ਐਟਲੀਸਟ ਆਪਣੇ ਬੱਚਿਆਂ ਨੂੰ ਵੀ ਐਪਰੀਸ਼ੀਏਟ ਕਰਨਾ ਚਾਹੀਦਾ। ਪਰ ਕਿਤੇ ਨਾ ਕਿਤੇ ਇਦਾਂ ਵੀ ਲੱਗਦਾ ਹੁੰਦਾ ਹੈ ਕਿ ਜਦੋਂ ਲੋਕੀ ਸਾਨੂੰ ਦੇਖਦੇ ਆ ਉਹ ਸਾਨੂੰ ਕਿਤੇ ਨਾ ਕਿਤੇ ਉਹੀ ਕਰੈਕਟਰ ਦੇ ਨਾਲ ਜੱਜ ਕਰਨਾ ਸ਼ੁਰੂ ਕਰ ਦਿੰਦੇ ਨੇ, ਇਹ ਕਿੰਨਾ ਕੁ ਡਿਫਿਕਲਟ ਹੁੰਦਾ ਹੈ? ਮੇਰੇ ਖਿਆਲ ਨਾਲ ਜਿੱਥੇ ਮੇਰੇ ਕਰੈਕਟਰ ਨੂੰ ਦੇਖ ਕੇ ਮੈਨੂੰ ਜੱਜ ਕੀਤਾ ਜਾਊਗਾ ਉੱਥੇ ਮੇਰੇ ਲਈ ਮੇਰੀ ਜਿੱਤ ਹੈ ਕਿ ਮੈਂ ਸ਼ਾਇਦ ਅੱਛਾ ਪਰਫਾਰਮ ਕਰ ਪਾਈ ਹਾਂ, ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਮੈਂ ਉਹੀ ਹਾਂ। ਸੋ ਮੇਰੇ ਲਈ ਇਹ ਪੋਜ਼ਿਟਿਵ ਚੀਜ਼ ਹੈ, ਇਹਨੂੰ ਮੈਂ ਪੋਜ਼ਿਟਿਵ ਵੇ ਦੇ ਨਾਲ ਲਵਾਂਗੀ ਕਿ ਉਹਨਾਂ ਨੂੰ ਵਾਕਈ ਹੀ ਲੱਗ ਰਿਹਾ ਕਿ ਹਾਂ ਵੀ ਇੱਦਾਂ ਕਰਦੀ ਹੋਊਗੀ, ਇਟ ਮੀਨਸ ਕਿਤੇ ਨਾ ਕਿਤੇ ਮੈਂ ਉਹਨੂੰ ਕੁਝ ਹੱਦ ਤੱਕ ਉਸ ਤਰੀਕੇ ਨਾਲ ਨਿਭਾਇਆ ਕਿ ਉਹ ਲੋਕ ਮੇਰੇ ਨਾਲ ਜੁੜੇ ਨੇ। ਐਂਡ ਰਹੀ ਗੱਲ ਕੰਮ ਦੀ, ਅਸੀਂ ਕੰਮ ਕਰਦੇ ਹਾਂ, ਹਰ ਇੱਕ ਨਵੇਂ ਪ੍ਰੋਜੈਕਟ 'ਚ ਇੱਕ ਨਵਾਂ ਕਰੈਕਟਰ ਦੇਖਣ ਨੂੰ ਮਿਲਦਾ ਹੈ ਐਂਡ ਹਰ ਇੱਕ ਨਵੇਂ ਕਰੈਕਟਰ ਨੂੰ ਅਗਰ ਲੋਕ ਇਹੀ ਫੀਲ ਕਰਦੇ ਨੇ ਕਿ ਇਹ ਹੋਏਗੀ ਹੀ ਇੱਦਾਂ ਦੀ, ਤਾਂ ਉਹ ਸਾਡੀ ਮਿਹਨਤ ਜਿਹੜੀ ਕੀਤੀ ਹੁੰਦੀ ਉਹ ਸਫਲ ਹੋ ਜਾਂਦੀ ਹੈ। ਸੋ ਮੈਂ ਇਹਨੂੰ ਐਜ਼ ਅ ਪੋਜ਼ਿਟਿਵ ਵੇ ਦੇਖੂੰਗੀ। ਚਲੋ ਹੁਣ ਆਪਾਂ ਸੀਰੀਅਸ ਗੱਲਾਂ ਤਾਂ ਵਾਧੂ ਕਰ ਲਈਆਂ ਹੈ ਨਾ, ਹੁਣ ਮੈਨੂੰ ਤੁਸੀਂ ਇਹ ਦੱਸੋ ਕਿੰਨਾ ਕੁ ਇੰਜੋਏ ਕੀਤਾ ਤੁਸੀਂ ਡਿਊਰਿੰਗ ਸ਼ੂਟ ਤੇ ਕੀ ਕਿੱਦਾਂ ਦੀ ਬੌਂਡਿੰਗ? ਸਪੀਚਲੈਸ ਬੌਂਡਿੰਗ ਤੁਹਾਨੂੰ ਮੈਂ ਪਹਿਲੇ ਹੀ ਦੱਸਤੀ ਹੈ ਕਿ ਸਾਡਾ ਸਭ ਦਾ ਮਤਲਬ ਇੰਨਾ ਪਿਆਰ ਸੀਗਾ ਕਿ ਯੂਜੂਲੀ ਅਸੀਂ ਸ਼ੂਟਸ ਦੇ ਉੱਪਰ ਇੱਕ ਦੂਸਰੇ ਨੂੰ ਜਾਣਦੇ ਨਹੀਂ ਸੀ? ਅਸੀਂ ਨਹੀਂ ਜਾਣਦੇ ਸੀਗੇ, ਵਰਕਸ਼ਾਪਸ ਦੇ ਉੱਪਰ ਹੀ ਅਸੀਂ ਮਿਲੇ। ਇਨਫੈਕਟ ਇਹਨਾਂ ਸਭ ਦੀ ਵਰਕਸ਼ਾਪ ਜਿਹੜੀ ਸੀ ਥੋੜੀ ਜਲਦੀ ਲੱਗਣੀ ਸ਼ੁਰੂ ਹੋ ਗਈ ਸੀਗੀ, ਮੈਂ ਲੇਟ ਐਂਟਰੀ ਮਾਰੀ ਹੈ ਵਰਕਸ਼ਾਪ ਦੇ ਵਿੱਚ ਐਂਡ ਆਈ ਥਿੰਕ 2 ਦਿਨ ਪਹਿਲਾਂ ਸ਼ੂਟ ਤੋਂ ਜਸਟ। ਤੇ ਇਦਾਂ ਦਾ ਇਨਸੀਡੈਂਟ ਹੋਇਆ ਹੋਵੇ ਜਿਹੜਾ ਹੁਣ ਵੀ ਯਾਦ ਕਰਦੇ ਆ ਤਾਂ ਹੱਸਦੇ ਹੋ? ਇੱਦਾਂ ਦਾ ਇਨਸੀਡੈਂਟ ਐਜ਼ ਸੱਚ ਇੱਕ ਸੀਨ ਸੀਗਾ ਜਿਹੜਾ ਅਸੀਂ ਪਰਫਾਰਮ ਕੀਤਾ ਸੀਗਾ, ਉਹ ਤੁਹਾਨੂੰ ਸੀਰੀਜ਼ 'ਚ ਦੇਖਣ ਨੂੰ ਜ਼ਰੂਰ ਮਿਲੂਗਾ। ਸੋ ਉਹ ਸੀਨ ਤੋਂ ਬਾਅਦ ਤਾਂ ਮਤਲਬ ਸੈੱਟ ਦੇ ਉੱਪਰ ਸਿਰਫ ਉਹਨੂੰ ਵੇਖ ਕੇ ਹੀ ਹਾਸਾ ਆ ਜਾਂਦਾ ਸੀਗਾ ਐਂਡ ਇਹਦਾ ਉਹਦੇ 'ਚ ਸਭ ਤੋਂ ਮਜ਼ੇਦਾਰ ਸੀਨ ਉਹ ਜਿਹੜਾ ਸੀਗਾ ਉਹ ਇਹ ਸੀਗਾ #ਪੇਂਟਿੰਗ ਵਾਲੀ ਕੁੜੀ। ਅੱਛਾ ਹੁਣ ਉਹ ਦੇਖਣ 'ਚ ਬਹੁਤ ਵਧੀਆ ਲੱਗ ਰਿਹਾ, ਆਪਾਂ ਹੱਸ ਰਹੇ ਹਾਂ ਸਾਰੇ। ਦੱਸ ਰਹੀ ਹਾਂ ਕਿ ਜਦੋਂ ਮੈਂ ਉਹ ਸੀਨ ਕੀਤਾ ਸੀਗਾ ਆਪਣੇ 4 ਟੇਕ ਹੋਏ ਸੀਗੇ ਤੇ ਮੈਂ 3 ਥੱਪੜ ਖਾਣੇ ਸੀਗੇ। ਮੈਂ ਗਿਣ ਰਹੀ ਹਾਂ, ਮੈਂ ਕਿਹਾ ਮੈਂ 12 ਥੱਪੜ ਖਾ ਲਏ। ਉਹ ਐਕਚੁਅਲੀ ਥੱਪੜ ਮੈਂ ਰਿਐਲਿਟੀ 'ਚ ਖਾਦੇ ਸੀਗੇ। ਮੈਂ ਕਿਹਾ ਯਾਰ ਮੈਂ 12 ਥੱਪੜ ਖਾ ਲਏ। ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਰਿਐਕਟ ਕੀ ਕਰਾਂ। ਦੇਖੋ ਥੱਪੜ ਮਾਰ ਰਹੇ, ਉਸ ਤੋਂ ਬਾਅਦ ਮੈਂ ਹੱਸਣਾ ਆ। ਹੁਣ ਮੈਂ ਥੱਪੜ ਦਾ ਉਹ ਦੁੱਖ ਮਨਾਵਾ ਕਿ ਮੈਂ ਹੱਸਾਂ, ਤੇ ਉਹ ਮੇਰੇ ਲਈ ਨਾ ਇੱਕ ਬਹੁਤ ਜ਼ਿਆਦਾ ਚੈਲੰਜਿੰਗ ਸੀਗਾ ਉਹ। ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਹੁਣ ਵੀ ਮੈਂ ਨੀਚੇ ਆਈ ਤਾਂ ਸਾਰੇ ਲੱਭ ਰਹੇ ਨੇ ਉਹ ਪੇਂਟਿੰਗ ਵਾਲੀ ਕੁੜੀ ਕਿੱਥੇ ਹੈ, ਪੇਂਟਿੰਗ ਵਾਲੀ ਕੁੜੀ ਕਿੱਥੇ ਆ। ਸ਼ੌਕ ਹੋਣਾ ਸੀ ਕਿ ਕਰੈਕਟਰ ਜਦੋਂ ਉਹਨੂੰ ਥੱਪੜ ਪੈਂਦੇ ਹੈ ਤੇ ਆਪਾਂ ਸਾਰੇ ਫਰੈਂਡ ਸ਼ੌਕ ਹੋ ਜਾਂਦੇ ਆ, ਤੇ ਆਪਾਂ ਲਿਟਰਲੀ ਸ਼ੌਕ ਸੀ ਕਿ ਹਾਏ ਇਹਨੇ ਖਾ ਲਏ, ਇਹਨੇ ਜ਼ੋਰ ਦੇ। ਬਾਅਦ ਚ ਔਖੀ ਹੋਈ ਸੀਗੀ ਯਾਰ 12 ਖਾ ਲਈ, ਹੁਣ 13ਵਾਂ ਨਹੀਂ ਖਾ ਸਕਦੀ, ਇਹਨਾਂ ਨੂੰ ਕਹੋ ਓਕੇ ਕਰ ਦੋ ਸ਼ਾਟ। ਸੋ ਦੈਟ ਵਾਸ ਗੁੱਡ। ਤੁਸੀਂ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੋਵੋਗੇ ਇਹਨਾਂ ਸਾਰਿਆਂ ਦੇ ਨਾਲ? ਹਾਂ ਅਰੇ ਨਹੀਂ, ਤੁਸੀਂ ਜੇ ਤੁਸੀਂ ਸੀਰੀਜ਼ ਦੇਖੋਗੇ ਨਾ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਬਹੁਤ ਸੋਹਣੇ ਸੀਨ ਨੇ, ਔਰ ਖਾਸ ਕਰ ਆਂਚਲ ਨਾਲ ਬਹੁਤ ਜ਼ਿਆਦਾ ਸੋਹਣੇ ਸੀਨ ਨੇ, ਤੇ ਸਾਰੀ ਮੈਮਰੀਜ਼ ਵੀ ਆਂਚਲ ਨਾਲ। ਜਿਵੇਂ
ਦੱਸਿਆ ਵੀ ਇਹ ਹਸਮੁਖ ਜੀ, ਹੱਸਦੀ ਰਹਿੰਦੀ ਆ ਚਾਹੇ ਜੋ ਵੀ ਹੋਵੇ, ਹਨਾ ਕੋਈ ਸੀਰੀਅਸ ਸ਼ਾਟ ਚੱਲ ਰਿਹਾ ਇਹਨੇ ਹੱਸਣਾ ਹੀ ਹੁੰਦਾ ਸੀਗਾ ਤੇ ਇਹਦੀ ਹਾਸੀ ਦੇਖ ਕੇ ਸਾਨੂੰ ਸਾਰਿਆਂ ਨੂੰ ਹਾਸੀ ਆ ਜਾਂਦੀ ਸੀ ਤੇ ਫਿਰ ਅਸੀਂ ਚੁੱਪ ਹੋ ਜਾਂਦੇ ਸੀ ਵੀ ਨਹੀਂ ਅਸੀਂ ਸੀਰੀਅਸ ਰਹਿਣਾ ਸੀ, ਇਹਨੇ ਹੀ ਹੱਸਣਾ, ਸਿਰਫ ਇਹਨੂੰ ਹੱਸਦਾ ਦੇਖ ਕੇ ਅਸੀਂ ਵੀ ਹੱਸਦੇ। ਦੱਸਦੀ ਹਾਂ ਜਦੋਂ ਮੇਰਾ ਉਹ ਸੀਨ ਚੱਲ ਰਿਹਾ ਸੀਗਾ ਤੇ ਜਿੰਨੇ ਵੀ ਮੈਂਬਰ ਸੀਗੇ, ਕਰੂ ਵਾਲੇ ਵੀ ਸੀਗੇ, ਉਹ ਕਹਿੰਦੇ ਕਿ ਮੈਮ ਅਸੀਂ ਜਾ ਰਹੇ ਹਾਂ ਇੱਥੋਂ, ਕਹਿੰਦੇ ਕਿ ਤੁਹਾਨੂੰ ਦੇਖ ਕੇ ਸਾਨੂੰ ਹਾਸੀ ਆ ਰਹੀ, ਸਾਨੂੰ ਵੀ ਠੰਡ ਪੈ ਜਾਊਗੀ। ਮਤਲਬ ਉਹ ਇਦਾਂ ਦਾ ਸੀਨ ਸੀਗਾ ਕਿ ਕੋਈ ਵੀ ਮਤਲਬ ਸੀਰੀਅਸ ਨਹੀਂ ਰਹਿ ਪਾ ਰਹੇ ਸੀ। ਤਾਂ ਓਬਵੀਅਸਲੀ ਤੁਸੀਂ ਜਦੋਂ ਸੀਰੀਜ਼ ਦੇਖੋਗੇ ਤੁਹਾਨੂੰ ਬਹੁਤ ਜ਼ਿਆਦਾ ਫਲੇਵਰ ਮਿਲਣਗੇ ਉਹਦੇ ਵਿੱਚ ਦੇਖਣ ਨੂੰ। ਇੱਕ ਬਹੁਤ ਵਧੀਆ ਮੈਮਰੀ ਸੀਗੀ ਸਾਡੀ ਵੈਨਿਟੀ ਵੈਨ 'ਚ ਕਿ ਅਸੀਂ ਪਰਫਾਰਮ ਕਰ ਰਹੇ ਸੀਗੇ। ਬੇਸਿਕਲੀ ਮੈਂ ਮਹੰਤ ਬਣੀ ਸੀਗੀ, ਅਸੀਂ ਵਧਾਈ ਮੰਗਣ ਗਏ ਸੀਗੇ। ਸੋ ਫ੍ਰੀ ਟਾਈਮ 'ਚ ਅਸੀਂ ਇਦਾਂ ਦੇ ਬਹੁਤ ਚੀਜ਼ਾਂ ਕੀਤੀਆਂ ਨੇ। ਸੋ ਸਭ ਤੋਂ ਵਧੀਆ ਆਈ ਗੈਸ ਉਹੀ ਸਾਡੀ ਮੈਮਰੀ ਆ ਜਿਹੜੀ ਵੈਨਿਟੀ ਵੈਨ ਦੇ ਵਿੱਚ ਅਸੀਂ ਸਭ ਬੈਠੇ ਆ। ਐਂਡ ਉਹ ਜਿਹੜੀ ਹਾਂ ਇਹਨਾਂ ਨੇ ਮਿਸ ਕੀਤਾ, ਮਤਲਬ ਉਹ 15-20 ਮਿੰਟ, ਆਈ ਥਿੰਕ 25 ਮਿੰਟ, ਅੱਧਾ ਘੰਟਾ ਅਸੀਂ ਆਰਾਮ ਨਾਲ ਅੱਧਾ ਘੰਟਾ ਲਾ ਕੇ ਵੈਬ ਸੀਰੀਜ਼ ਦੇ ਟ੍ਰੇਲਰ ਦੇਖ ਕੇ ਜਿੰਨਾ ਕਿ ਰਫ ਐਂਡ ਸੀਰੀਅਸ ਮੈਟਰ ਲੱਗ ਰਿਹਾ ਹੈਗਾ ਹੈ ਨਾ, ਪਰ ਤੁਸੀਂ ਇੰਜੋਏ ਕਰਨ ਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ। ਨਾ ਕੋਈ ਕਮੀ ਨਹੀਂ ਛੱਡੀ। ਅਸੀਂ ਫ੍ਰੀ ਟਾਈਮ ਦੇ ਉੱਤੇ ਹਰ ਉਹ ਪੁੱਠਾ ਕੰਮ ਕੀਤਾ ਜਿਹੜਾ ਬੰਦਾ ਸੋਚ ਵੀ ਨਹੀਂ ਸਕਦਾ। ਮਤਲਬ ਸਾਡੀ ਵੈਨਿਟੀ ਹਿੱਲਦੀ ਹੁੰਦੀ ਸੀਗੀ ਕਿ ਅਸੀਂ ਅੰਦਰ ਇੰਨਾ ਭੜਥੂ ਪਾਇਆ ਹੁੰਦਾ ਸੀਗਾ। ਐਂਡ ਸਾਡੀਆਂ ਆਵਾਜ਼ਾਂ ਬੰਦ ਵੈਨਿਟੀ 'ਚੋਂ ਤੀਸਰੀ ਵੈਨਿਟੀ ਤੱਕ ਜਾਂਦੀਆਂ ਹੁੰਦੀਆਂ ਮੈਂ ਸੀ। ਆਪਣੀ ਵੈਨਿਟੀ 'ਚ ਦੱਸਦੀ ਹੁੰਦੀ ਸੀ ਯਾਰ ਇੰਨਾ ਸ਼ੋਰ ਕਿੱਥੋਂ ਆ ਰਿਹਾ, ਕਹਿੰਦੇ ਉਹ ਦਿਵਿਆ ਹੁਣਾਂ ਦੀ ਵੈਨਿਟੀ 'ਚ ਸਾਨੂੰ ਨਹੀਂ ਸੀ ਪਤਾ ਲੱਗਦਾ ਹੁੰਦਾ ਬਈ ਰਾਤ ਹੋ ਗਈ, ਇੰਨਾ ਟਾਈਮ ਹੋ ਗਿਆ, ਬੱਚੇ ਮੋਡ 'ਚ ਰਹਿੰਦੇ ਸੀ। ਮੋਸਟਲੀ ਆਹੀ ਹੁੰਦਾ ਸੀਗਾ ਕਿ ਇਕੱਠੇ ਬਹਿਣਾ ਇੱਧਰ ਆ ਜਾਓ। ਬਸ ਫਿਰ ਉੱਥੇ ਉਹੀ ਸਾਡੀ ਪੂਰੀ ਰੌਣਕ ਲੱਗ ਜਾਂਦੀ ਹੁੰਦੀ ਸੀਗੀ। ਤੇ ਤੁਹਾਡੇ ਚੋਂ ਕਿਸੇ ਨੂੰ ਇਦਾਂ ਤਾਂ ਨਹੀਂ ਲੱਗਿਆ ਕਿ ਮੇਰੇ ਲਈ ਘੱਟ ਹੋਇਆ ਆ ਤਾਂ ਕਿਸੇ ਨੂੰ ਵੱਧ ਮਿਲ ਗਿਆ ਹੈਗਾ ਕੁਝ ਇਦਾਂ ਦਾ? ਕਰੈਕਟਰ ਪੁਆਇੰਟ ਆਫ ਵਿਊ ਨਾਲ ਹਰ ਕਿਸੇ ਦੇ ਕਰੈਕਟਰ ਨੂੰ ਬਹੁਤ ਜ਼ਿਆਦਾ ਮਤਲਬ ਇੰਪੋਰਟੈਂਸ ਮਿਲੀ ਹੈ, ਇਦਾਂ ਤੱਕ ਮਤਲਬ ਨਹੀਂ ਲੱਗਾ। ਮੈਨੂੰ ਲੱਗਦਾ ਕਿ ਸਰ ਨੇ ਸਾਰਿਆਂ ਨੂੰ ਇਕੁਅਲ ਹੀ ਚਾਂਸ ਦਿੱਤਾ ਆ। ਸਾਰਿਆਂ ਦਾ ਰੋਲ ਮੈਨੂੰ ਲੱਗਦਾ ਆਪਣੀ ਥਾਂ ਤੇ ਬਿਲਕੁਲ ਡਿਫਰੈਂਟ ਹੈ। ਬਿਲਕੁਲ। ਇੰਨੀ ਜ਼ਿਆਦਾ ਈਗਰ ਆ ਦੇਖਣ ਨੂੰ ਕਿਉਂਕਿ ਮੇਰੇ ਸੀਨ ਟੋਟਲੀ ਡਿਫਰੈਂਟ ਹੁੰਦੇ ਸੀਗੇ। ਇਕੱਠਿਆਂ ਦਾ ਆਪਣਾ ਕੋਈ ਵੀ ਸੀਨ ਨਹੀਂ ਹੈਗਾ। ਤੁਸੀਂ ਦੇਖੋ ਅਸੀਂ ਸਿਰਫ ਵੈਨਿਟੀ 'ਚ ਹੀ ਮਿਲਦੇ ਹੁੰਦੇ ਸੀ ਔਰ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਆ ਅਸਲ 'ਚ ਦੇਖਣ ਨੂੰ ਵੀ ਕੀ ਹੋਇਆ ਸੀਗਾ। ਮੈਂ ਦੇਖ ਰਹੀ ਹਾਂ ਵੀ ਉਹ ਕਹਿੰਦੇ ਵੀ ਸਮੋਕ ਕੀਤੀ ਹੈ, ਮੈਂ ਬੜੀ ਐਕਸਾਈਟਿਡ ਆ ਕਿ ਓਕੇ ਫਾਈਨ ਮੈਂ ਵੀ ਦੇਖੂੰਗੀ ਕਿ ਕਿਵੇਂ ਹੋਇਆ ਸੀਗਾ। ਜਦੋਂ ਪਹਿਲੀ ਵਾਰੀ ਅਸੀਂ ਉਹ ਇਨਹੇਲ ਕਰਨਾ ਸੀਗਾ ਹੈ ਨਾ, ਜਿਵੇਂ ਉਹ ਨਸ਼ਾ ਕਰਦੇ ਨੇ, ਸੋ ਪਹਿਲੀ ਵਾਰੀ ਇਨਹੇਲ ਕਰਨਾ ਸੀਗਾ। ਹੁਣ ਉਹਦੇ 'ਚ ਬੜਾ ਔਖਾ ਹੋ ਰਿਹਾ ਸੀਗਾ ਕਿਉਂਕਿ ਤੁਸੀਂ ਨੱਕ ਦੇ ਵਿੱਚ ਕੋਈ ਚੀਜ਼ ਨੂੰ ਇੱਕ ਪਾਸੇ ਬੰਦ ਕਰਕੇ ਬਲੌਕ ਕਰਕੇ ਨੱਕ ਇਨਹੇਲ ਕਰਨਾ ਬਹੁਤ ਔਖਾ ਹੁੰਦਾ। ਸੋ ਉਹ ਚੀਜ਼ ਅਸੀਂ ਜਿਹੜੀ ਗ੍ਰਿਲ ਹੁੰਦੀ ਹੈ ਨਾ, ਲਾਈਕ ਬੰਨਾ ਜਿਹਨੂੰ ਕਹਿੰਦੇ, ਉਹਦੇ ਉੱਤੇ ਲਾਈਨਸ ਬਣਾ ਕੇ ਸਿੱਖ ਰਹੇ ਹਾਂ ਕਿਉਂਕਿ ਸਾਨੂੰ ਵੀ ਸੀਗਾ ਕਿ ਪਤਾ ਨਹੀਂ ਕਿਤੇ ਵੀ ਪਰਫਾਰਮ ਕਰਨ ਨੂੰ ਕਿਹਾ ਜਾ ਸਕਦਾ। ਸੋ ਉਸ ਚੀਜ਼ ਦੇ ਉੱਤੇ ਉਹ ਚੀਜ਼ ਨੂੰ ਸਿੱਖ ਕੇ ਗਲੇ 'ਚ ਲੱਗ ਜਾਣੀ, ਫਿਰ ਉੱਥੋਂ ਆਉਣਾ, ਫਿਰ ਆਪਣੇ ਆਪ ਨੂੰ ਕਹਿਣਾ ਕਿ ਨਹੀਂ ਤੇਰੀ ਇਹ ਚੀਜ਼ ਪਰਫੈਕਟ ਹੋਣੀ ਚਾਹੀਦੀ ਆ। ਸੋ ਉਹ ਚੀਜ਼ ਸਿੱਖੀ ਐਂਡ ਉਹਨੂੰ ਪਰਫਾਰਮ ਕੀਤਾ, ਉਹਦੇ 'ਚ ਮਜ਼ਾ ਜ਼ਰੂਰ ਆਇਆ। ਬਟ ਓਵਰਆਲ ਸਾਰਿਆਂ ਲਈ ਇੱਕ ਬਹੁਤ ਹੀ ਜ਼ਿਆਦਾ ਚੈਲੰਜਿੰਗ ਹੈ ਤੇ ਲਿਟਰਲੀ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਆਪਣਾ ਐਫਰਟਸ ਨੇ। ਤੇ ਮੈਂ ਹੈਟਸ ਆਫ ਕਰਦੀ ਹਾਂ ਪ੍ਰੇਮ ਸਰ ਨੂੰ ਤੇ ਸਾਰੀ ਟੀਮ ਨੂੰ। ਮੈਂ ਉਹ ਕਰਦੀ ਹਾਂ, ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਪ੍ਰੋਜੈਕਟ ਲਈ। ਤਾਂ ਆਈ ਹੋਪ ਮੈਂ ਵੀ ਤੁਹਾਡੇ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਉਨਾ ਪਿਆਰ ਦਿਓਗੇ ਸਾਡੀ ਵੈਬ ਸੀਰੀਜ਼ ਨੂੰ। ਤੇ ਚਲੋ ਆਪਾਂ ਵੀ ਉਮੀਦ ਕਰਦੇ ਹਾਂ ਕਿ ਤੁਹਾਡੀ ਵੈਬ ਸੀਰੀਜ਼ ਨੂੰ ਬਹੁਤ ਜ਼ਿਆਦਾ ਪਿਆਰ ਮਿਲੇ। ਤੇ ਮੈਂ ਚਾਹੂੰਗੀ ਜਾਂਦੇ ਤੁਸੀਂ ਸਾਡੀ ਆਡੀਅנס ਨੂੰ ਇੱਕ ਪਿਆਰਾ ਜਿਹਾ ਮੈਸੇਜ ਦੇ ਦਿਓ ਇਸ ਵੈਬ ਸੀਰੀਜ਼ ਨੂੰ ਦੇਖਣ ਵਾਸਤੇ। ਮੈਸੇਜ ਅਸੀਂ ਦੇਤਾ ਸੀਰੀਜ਼ ਦੇ ਵਿੱਚ। ਤੁਸੀਂ ਜਦੋਂ ਜਾ ਕੇ ਦੇਖੋਗੇ 12 ਅਗਸਤ ਨੂੰ ਚੌਪਾਲ ਤੇ, ਤਾਂ ਫਿਰ ਤੁਸੀਂ ਸਾਨੂੰ ਦੱਸਿਓ ਵੀ ਤੁਹਾਨੂੰ ਕੀ ਮੈਸੇਜ ਮਿਲਿਆ, ਉਹ ਤੁਸੀਂ ਸਾਨੂੰ ਫੀਡਬੈਕ ਦਿਓ। ਅੱਜ ਆਪਾਂ ਬੋਲ ਰਹੇ ਹਾਂ, ਕੱਲ ਨੂੰ ਹੁਣ ਤੁਸੀਂ ਬੋਲੋਗੇ ਕਿ ਵਾਓ ਬਹੁਤ ਸੋਹਣਾ ਲੱਗਾ। ਸੋ ਆਹ ਚੀਜ਼ ਆਪਾਂ ਹੁਣ ਚਾਹੁੰਦੇ ਹਾਂ ਕਿਉਂਕਿ ਦੇਖੋ ਅਸੀਂ ਹੈਗੇ ਆ, ਅਸੀਂ ਉਹਨਾਂ ਦੇ ਸਾਰੇ ਹੀ ਹੈਗੇ ਆ, ਉਹਨਾਂ ਨੂੰ ਵਧੀਆ ਲੱਗੇਗਾ ਤਾਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਕਿਉਂਕਿ ਅਸੀਂ ਬਣਾਇਆ ਹੀ ਆਡੀਅנס ਲਈ ਆਪਣੀ। ਤੇ ਬਸ ਉਹਨਾਂ ਤੇ ਹੀ ਉਮੀਦ ਹੈ ਕਿ ਪਲੀਜ਼ ਜਲਦੀ ਜਾ ਕੇ ਦੇਖੇ ਤੇ ਜਲਦੀ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਆ। ਆਰਟਿਸਟ ਨੂੰ ਬਣਾਉਣ ਵਾਲੇ ਹੀ ਤੁਸੀਂ ਹੋ ਐਂਡ ਸਾਨੂੰ ਅੱਗੇ ਲੈ ਕੇ ਜਾਣ ਵਾਲੇ ਵੀ ਤੁਸੀਂ ਹੋ। ਅਸੀਂ ਆਪਣਾ ਕੰਮ ਕਰਤਾ, ਹੁਣ ਤੁਹਾਡਾ ਕੰਮ ਹੈ ਬਾਕੀ ਦਾ। ਸੋ ਤੁਸੀਂ 12 ਤਰੀਕ ਨੂੰ 12 ਅਗਸਤ ਨੂੰ ਚੌਪਾਲ ਐਪਲੀਕੇਸ਼ਨ ਤੇ ਜਾ ਕੇ ਸ਼ਾਹੀ ਮਾਜਰਾ 11 ਵਜੇ ਜ਼ਰੂਰ ਦੇਖਿਓ। ਐਂਡ ਆਈ ਹੋਪ ਨਹੀਂ, ਮੈਨੂੰ ਪੂਰਾ ਯਕੀਨ ਆ ਕਿ ਤੁਹਾਨੂੰ ਪਸੰਦ ਆਊਗੀ ਸੀਰੀਜ਼ ਐਂਡ ਕਿਤੇ ਨਾ ਕਿਤੇ ਤੁਹਾਨੂੰ ਆਪਣੀ ਪੰਜਾਬੀ ਇੰਡਸਟਰੀ ਤੇ ਮਾਣ ਵੀ ਹੋਊਗਾ।